पंजाब के बेशतर इलाकों में रवायती तरीकों से काश्तकारी की जाती है, जिससे अक्सर किसान बुनियादी गलतियों की वजह से कम पैदावार हासिल करते हैं। शेखुपुरा में बाखबर किसान की टीम ने एक किसान की तरीक़े काश्त का जायजा लिया और काश्तकारी से मुताल्लिक ऐसी बातें समझाईं जिनको मलहूज़े नज़र रखते हुए किसान हजरात अपनी फसलों की पैदावारी सलाहियत बढ़ा सकते हैं। आइए मालूमात देखते हैं इस वीडियो में। अस्सलाम वालेकुम। ना की जी थोड़ा वहीद। अच्छा वहीद भाई, मैनू ये दसो कि तुसी अज की कर रहे हो? सारे तो पहले जो तुसी ट्रैक्टर चलाया है वो की चला रहे सी? और रूटावेटर क्यों चला रहे सी? ਜਿਹੜਾ ਵਿੱਚ ਘਾਹ ਸੀ ਉਹ ਕੁਤਰਨਾ ਸੀ। ਅੱਛਾ, ਉਹ ਘਾਹ ਕੁਤਰ ਕੇ ਤੇ ਮਤਲਬ ਤੁਸੀਂ ਇਹ ਜੜੀ ਬੂਟੀਆਂ ਜਿਹੜੀਆਂ ਸੀ ਉਹ ਖਤਮ ਕਰਦੇ ਸੀ। ਹੁਣ ਉਹ ਖਤਮ ਕਰਨ ਤੋਂ ਬਾਅਦ ਤੁਸੀਂ ਇਹਦੇ ਵਿੱਚ ਗੰਦਮ ਛੱਟਾ ਕਰਦੇ ਪਏ ਹੋ? ਅੱਛਾ, ਤੇ ਮੈਨੂੰ ਇਹ ਦੱਸ ਦਿਓ ਕਿ ਜਿਹੜਾ ਤੁਸੀਂ ਗੰਦਮ ਕਰ ਰਹੇ ਹੋ ਛੱਟਾ, ਇਹ ਬੀਜ ਕਿਹੜਾ ਹੈ? ਫੈਸਲਾਬਾਦ 2008 ਕੱਢ ਕੇ ਵਿਖਾ ਸਕਦੇ ਮੈਨੂੰ? ਅੱਛਾ, ਇਹ ਫੈਸਲਾਬਾਦ 2008 ਜਿਹੜਾ ਹੈ ਤੇ ਤੁਸੀਂ ਕਿੱਥੋਂ ਲਿਆ? ਇਹ ਪਿਛਲੇ ਸਾਲ ਬਾਜ਼ਾਰ ਤੋਂ ਲਿਆ ਸੀ। ਪਿਛਲੇ ਸਾਲ ਬਾਜ਼ਾਰ ਚੋਂ ਲਿਆ ਸੀ? ਅੱਛਾ, ਮਤਲਬ ਕਿ ਤੁਸੀਂ ਪਿਛਲੇ ਸਾਲ ਇਹ ਵਾਲਾ ਬੀਜ ਲਿਆ ਸੀ ਤੇ ਹੁਣ ਤੁਸੀਂ ਉਹਨੂੰ ਦੁਬਾਰਾ ਰਾਈ ਕਰ ਰਹੇ ਹੋ, ਇਹੀ ਗੱਲ ਕਹਿ ਰਹੇ ਹੋ? ਅੱਛਾ, ਮੈਨੂੰ ਇੱਕ ਗੱਲ ਦੱਸੋ, ਪਿਛਲੀ ਵਾਰੀ ਤੁਹਾਡੀ ਕਣਕ ਕਿੰਨੀ ਹੋਈ ਸੀ? ਤਕਰੀਬਨ 55 ਮਣ ਹੋਈ ਸੀ। ਐਤਕੀ ਤੁਸੀਂ ਕੀ ਸੋਚ ਰਹੇ ਹੋ ਕਿੰਨੀ ਹੋਏਗੀ? ਪਿਛਲੀ ਵਾਰੀ ਵੀ ਛੱਟਾ ਕੀਤਾ ਸੀ ਤੇ ਐਤਕੀ ਤੁਸੀਂ ਕੀ ਸੋਚ ਰਹੇ ਹੋ ਕਿੰਨੀ ਹੋਣੀ? ਇਸ ਵਾਰੀ ਦੇਖੋ ਹੁਣ ਨਹੀਂ, ਪਿਛਲੀ ਵਾਰੀ ਬੀਜ ਵੀ ਨਵਾਂ ਲਿਆ ਸੀ ਜਾਂ ਇਹ ਵੀ ਪੁਰਾਣੀ? ਨਵਾਂ ਲਿਆ ਸੀ। ਉਸ ਤੋਂ ਪਿਛਲੇ ਵਾਰੀ ਵੀ ਨਵਾਂ ਲਿਆ ਸੀ? ਹਰ ਸਾਲ ਨਵਾਂ ਲੈਂਦੇ ਹੋ ਤੇ ਇਸ ਸਾਲ ਕਿਉਂ ਨਹੀਂ ਨਵਾਂ ਲਿਆ? ਫਿਰ ਇਸ ਸਾਲ ਇਹ ਠੀਕ ਸੀ, ਵੀ ਅੱਛਾ ਨਹੀਂ ਸੀ ਮਿਲ ਰਿਹਾ। ਅੱਛਾ ਨਹੀਂ, ਪਿਛਲੀ ਵਾਰ ਬਾਰਿਸ਼ਾਂ ਦੇ ਨਾਲ ਕਣਕਾਂ ਡਿੱਗ ਗਈਆਂ ਸੀਗੀਆਂ, ਕਣਕ ਬਲੈਕ ਹੋ ਗਈ ਸੀਗੀ, ਇਹ ਥੋੜੀ ਜਿਹੀ ਸਾਫ਼ ਸੀਗੀ, ਇਸ ਕਰਕੇ ਰੱਖ ਲਿਆ ਸੀ। ਅੱਛਾ, ਅਗਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਜਿਹੜਾ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਥੋੜਾ ਜਿਹਾ ਮਸਲਾ ਹੈ, ਮਤਲਬ ਤੁਸੀਂ ਜ਼ਮੀਨਦਾਰਾ ਬਹੁਤ ਵਧੀਆ ਕਰਦੇ ਹੋਗੇ, ਲੇਕਿਨ ਇਹਦੇ 'ਚ ਇੱਕ ਮਸਲਾ ਹੈ। ਮਸਲਾ ਇਹ ਹੈ ਕਿ ਤੁਸੀਂ ਜਦੋਂ ਪਹਿਲਾਂ ਲਾਈ ਹੈ ਨਾ, ਮਤਲਬ ਉਹ ਰੂਟਾਵੇਟਰ ਲਾ ਕੇ ਜੜੀ ਬੂਟੀਆਂ ਖਤਮ ਕੀਤੀਆਂ, ਜ਼ਬਰਦਸਤ ਕੰਮ ਹੈ। ਲੇਕਿਨ ਜਦੋਂ ਤੁਸੀਂ ਇਹ ਵਾਲਾ ਬੀਜ ਜਿਹਨੂੰ ਤੁਸੀਂ ਕਹਿ ਰਹੇ ਹੋ ਨਾ ਕਿ ਫੈਸਲਾਬਾਦ 2008, ਹੁਣ ਤੁਸੀਂ ਇਹ ਸੋਚ ਰਹੇ ਹੋ ਕਿ ਜੇ ਤੁਸੀਂ ਫੈਸਲਾਬਾਦ 2008 ਹੀ ਲਾ ਰਹੇ ਹੋ ਤੇ ਫਿਰ ਤੁਹਾਨੂੰ ਉਨੀ ਕੀ ਪੈਦਾਵਾਰ ਦੇਗੀ, ਲੇਕਿਨ ਇਹ ਨਹੀਂ ਦੇਗੀ। ਹੁਣ ਜਿਹੜੇ ਤੁਹਾਡੇ ਬੂਟੇ ਹੋਣੇ ਨਾ, ਕੁੱਚੇ ਨੀਵੇਂ ਹੋ ਜਾਣੇ, ਕੋਈ ਟਾਈਮ ਤੋਂ ਪਹਿਲਾਂ ਸਿੱਟਾ ਕੱਢ ਲਏਗਾ, ਇਸ ਤਰ੍ਹਾਂ ਦੇ ਮਸਲੇ ਹੋਣਗੇ। ਕਿਉਂ ਪਤਾ ਹੈ? ਨਹੀਂ, ਹੁੰਦਾ ਇਹ ਹੈ ਕਿ ਜਦੋਂ ਤੁਸੀਂ ਪਹਿਲੀ ਫਸਲ ਲੈਂਦੇ ਹੋ ਨਾ, ਤੁਸੀਂ ਕਹਿੰਦੇ ਹੋ ਕਿ ਇਹ ਹਾਈਬ੍ਰਿਡ ਬੀਜ ਹੈ ਨਾ, ਹਾਈਬ੍ਰਿਡ ਬੀਜ ਲਿਆ ਸੀ ਨਾ ਤੁਸੀਂ ਆਪਣੇ ਵੱਲੋਂ, ਨਵਾਂ ਬੀਜ ਜਦੋਂ ਲਿਆ ਸੀ ਹਾਈਬ੍ਰਿਡ ਬੀਜ, ਉਹ ਹਾਈਬ੍ਰਿਡ ਬੀਜ ਲੈ ਕੇ ਤੁਸੀਂ ਘਰੇ ਆਏ, ਤੁਸੀਂ ਆ ਕੇ ਤੇ ਮਤਲਬ ਕਿ ਤੁਸੀਂ ਉਹਦੀ ਵਾਈ ਕੀਤੀ। ਉਹ ਪਹਿਲੀ ਦਫਾ F1 ਹਾਈਬ੍ਰਿਡ ਸੀ, ਉਹਨੇ ਜ਼ਬਰਦਸਤ ਫਸਲ ਦੇਣੀ। ਹੁਣ ਜਦੋਂ ਤੁਸੀਂ ਦੂਸਰੀ ਦਫਾ ਉਹ ਲਾਓਗੇ ਤੇ ਉਹ ਹਾਈਬ੍ਰਿਡ ਨਹੀਂ ਰਹਿੰਦਾ, ਉਹ ਹਾਈਬ੍ਰਿਡ ਨਹੀਂ ਰਹਿੰਦਾ। ਉਹ ਹੁਣ ਜਿਹੜਾ ਤੁਸੀਂ ਬੀਜ ਲਾਓਗੇ ਨਾ ਤੇ ਉਹ ਤੁਹਾਡੀ ਚੰਗੀ ਫਸਲ ਨਹੀਂ ਦੇ ਸਕਦਾ। ਹੁਣ ਤੁਹਾਡੀ ਫਸਲ ਜਿਹੜੀ ਹੈ ਨਾ ਉਹ ਉੱਚੀ ਨੀਵੀਂ ਹੋਏਗੀ, ਇਸ ਤਰ੍ਹਾਂ ਦੀ ਕਰਕੇ ਹੋਏਗੀ। ਤੇ ਦੂਸਰਾ ਤੁਹਾਨੂੰ ਮੈਂ ਦੱਸਾਂ, ਜਦੋਂ ਵੀ ਤੁਸੀਂ ਕੋਈ ਬਾਜ਼ਾਰ 'ਚ ਨਵਾਂ ਬੀਜ ਲੈਂਦੇ ਹੋ ਨਾ, ਇਹ ਫੈਸਲਾਬਾਦ 2008 ਤੇ ਬਿਮਾਰੀ ਪਿਛਲੀ ਵਾਰੀ ਇਸ ਲਈ ਨਹੀਂ ਆਈ ਕਿਉਂਕਿ ਇਹ ਕੁਵਤ ਮੁਦਾਫਿਅਤ ਰੱਖਦੀ ਹੈ ਬਿਮਾਰੀ ਦੇ ਖਿਲਾਫ, ਇੱਕ ਸ਼ੈ। ਦੂਸਰੀ ਚੀਜ਼ ਇਹ ਹੈ ਕਿ ਇਹਦੇ ਵਿੱਚ ਤੁਸੀਂ ਦੇਖੋ ਨਾ, ਇਹ ਵਿੱਚ ਵੇਖ ਰਹੇ ਹੋ ਮਿੱਟੀ ਹੈ, ਇਹ ਸਾਹਮਣੇ ਵੇਖ ਰਹੇ ਹੋ ਨਾ, ਇਹ ਗੰਦ ਤੇ ਨਾਲ ਥੋੜਾ ਜਿਹਾ ਵਿੱਚ ਹੋਰ ਵੀ ਜੜੀ ਬੂਟੀਆਂ ਦੇ ਵੀ ਬੀਜ ਸ਼ੀਜ ਆ ਜਾਣੇ, ਠੀਕ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਇਸ ਕਰਕੇ ਪੈਦਾਵਾਰ ਜਿਹੜੀ ਉਹ ਘੱਟ ਹੁੰਦੀ ਹੈ। ਕਿਉਂ? ਪਹਿਲੀ ਚੀਜ਼ ਕਿ ਵਿੱਚ ਜਦੋਂ ਜੜੀ ਬੂਟੀ ਦਾ ਬੀਜ ਆਏਗਾ, ਤੁਸੀਂ ਬੀਜ ਲਾ ਰਹੇ ਹੋ ਨਾ, ਫਰਜ਼ ਕਰੋ ਕਿ ਤੁਸੀਂ 100 ਦਾਣੇ ਲਾਏ ਨੇ, ਉਹਦੇ ਵਿੱਚ ਅਗਰ 20 ਦਾਣੇ ਜੜੀ ਬੂਟੀ ਦੇ ਲੱਗ ਗਏ ਤੇ 10 ਇੱਕ ਦਾਣੇ ਜੰਮੇ ਹੀ ਨਾ, ਤੇ ਹੁਣ ਕਿੰਨੇ ਦਾਣੇ ਨਹੀਂ ਜੰਮੇ 100 ਚੋਂ? 30, ਮਤਲਬ 20 ਦਾਣੇ ਜੜੀ ਬੂਟੀਆਂ ਦੇ ਆ ਗਏ, 10 ਦਾਣੇ ਜੰਮੇ ਨਹੀਂ, 30 ਦਾਣੇ ਨਹੀਂ ਜੰਮੇ। ਹੁਣ ਕਿਤਨੇ ਦਾਣੇ ਜੰਮ ਗਏ? 70 ਦਾਣਾ ਜੰਮ ਗਿਆ। ਇਹਦਾ ਮਤਲਬ ਹੈ ਤੁਹਾਡੀ ਪੈਦਾਵਾਰ ਜਿਹੜੀ ਇੱਥੇ 100% ਹੋਣੀ ਸੀ, ਉਹ ਕਿੰਨੇ ਫੀਸਦ ਹੋ ਗਈ? 70% ਹੋ ਗਈ। ਹੁਣ ਜਿਹੜੀ 70% ਪੈਦਾਵਾਰ ਤੁਸੀਂ ਲੈਣੀ ਸੀ, ਉਹ ਫਰਜ਼ ਕਰੋ 50-55 ਮਣ ਸੀ, ਕਿੰਨੀ ਸੀ? ਹੁਣ ਉਹ 50-55 ਵੀ ਤੁਹਾਡੀ ਨਹੀਂ ਆ ਸਕਦੀ। ਕਿਉਂ? ਕਿਉਂਕਿ ਤੁਸੀਂ F1 ਹਾਈਬ੍ਰਿਡ ਨਵਾਂ ਬੀਜ ਨਹੀਂ ਲਿਆ, ਤੁਸੀਂ ਪੁਰਾਣਾ ਬੀਜ ਪਾ ਰਹੇ ਹੋ। ਪੁਰਾਣੇ ਬੀਜ ਨਾਲ ਤੁਹਾਨੂੰ ਨੁਕਸਾਨ ਹੋਏਗਾ। ਨੁਕਸਾਨ ਇਹ ਹੋਏਗਾ ਕਿ ਜਦੋਂ ਤੁਸੀਂ ਇਹ ਬੀਜ ਲਾਣਾ ਹੈ ਨਾ, ਇਹ F1 ਹਾਈਬ੍ਰਿਡ ਨਹੀਂ ਹੋਣਾ। ਜੇ ਅਗਰ ਤੁਸੀਂ F1 ਹਾਈਬ੍ਰਿਡ ਓਰੀਜਨਲ ਬੀਜ ਲਵੋਗੇ ਤੇ ਉਹ ਤੁਹਾਨੂੰ 55 ਮਣ ਤੱਕ ਦੇ ਸਕਦਾ, ਲੇਕਿਨ ਇਹਦੇ ਤੋਂ ਤੁਸੀਂ ਉਮੀਦ ਨਹੀਂ ਰੱਖ ਸਕਦੇ ਕਿ ਇਹ ਵੀ 55 ਮਣ ਦੇਗਾ। ਕਿਉਂਕਿ ਫੈਸਲਾਬਾਦ 2008 ਤੁਸੀਂ ਜਿੱਥੋਂ ਵੀ ਲਓਗੇ ਨਾ, ਉਹਦੇ 'ਚ ਮੁਦਾਫਿਅਤ ਹੈ, ਉਹ ਤੁਹਾਨੂੰ ਬਿਮਾਰੀ ਤੋਂ ਬਚਾ ਕੇ ਤੇ ਉਮਦਾ ਫਸਲ ਲਏਗਾ। ਲੇਕਿਨ ਅਗਰ ਤੁਸੀਂ ਬਿਮਾਰੀ ਮਤਲਬ ਕਿ ਠੀਕ ਕਹਿ ਰਹੇ ਹੋ, ਬਚਾਉਂਦਾ, ਲੇਕਿਨ ਇਹ ਹਾਸਿਲ ਕਰਦਾ ਜਿਹੜਾ ਹਾਈਬ੍ਰਿਡ ਬੀਜ ਹੁੰਦਾ ਨਾ, ਉਹ ਤੁਸੀਂ ਦੁਬਾਰਾ ਲਓਗੇ ਤਾਂ ਉਹ ਫਿਰ ਚੰਗੀ ਫਸਲ ਨਹੀਂ ਦੇਗਾ। ਠੀਕ ਹੋ ਗਿਆ? ਇਸ ਲਈ ਤੇ ਦੂਸਰੀ ਚੀਜ਼, ਤੁਸੀਂ ਨਾ ਇੱਥੇ ਛੱਟਾ ਕਰ ਰਹੇ ਹੋ, ਤੁਸੀਂ ਡਰਿਲ ਕਿਉਂ ਨਹੀਂ ਕਰਦੇ? ਡਰਿਲ ਦੀ ਪੈਦਾਵਾਰ ਇੱਧਰ ਘੱਟ ਹੈ। ਡਰਿਲ ਦੀ ਪੈਦਾਵਾਰ ਘੱਟ ਹੈ? ਕਿਉਂ? ਕੀ ਵਜ੍ਹਾ ਹੁੰਦੀ ਹੈ? ਕਲਰ ਜ਼ਮੀਨ ਦਾ ਪਾਣੀ ਨਹੀਂ ਹੈਗਾ। ਅੱਛਾ, ਇਸ ਵਜ੍ਹਾ ਤੋਂ। ਤੇ ਤੁਸੀਂ ਫੀ ਏਕੜ ਕਿੰਨਾ ਬੀਜ ਪਾਉਂਦੇ ਹੋ? ਫੀ ਏਕੜ ਸਵਾ ਮਣ। ਤੁਹਾਨੂੰ ਜਦੋਂ ਬਾਰਿਸ਼ਾਂ ਹੁੰਦੀਆਂ ਨੇ ਐਂਡ ਤੇ, ਮਤਲਬ ਜਦੋਂ ਸਿੱਟਾ ਬਣ ਜਾਂਦਾ, ਉਦੋਂ ਜਦੋਂ ਬਾਰਿਸ਼ਾਂ ਵਗੈਰਾ ਹੁੰਦੀਆਂ ਨੇ ਤੇ ਕਣਕ ਡਿੱਗ ਜਾਂਦੀ ਹੈ, ਸਾਰੀ ਡਿੱਗ ਜਾਂਦੀ ਹੈ ਨਾ, ਤੇ ਉਸ ਤੋਂ ਇਲਾਵਾ ਕਾਲੀ ਵੀ ਹੋ ਜਾਂਦੀ ਹੈ, ਤੇ ਉਦੋਂ ਪੈਦਾਵਾਰ ਕਿੰਨੀ ਕੁ ਮੁਤਾਸਰ ਹੋ ਜਾਂਦੀ ਹੈ?
ਉਸ ਟਾਈਮ ਤਕਰੀਬਨ 10 ਤੋਂ 15 ਮਣ ਘੱਟ ਜਾਂਦੀ ਹੈ। 10 ਤੋਂ 15 ਮਣ ਘਟ ਜਾਂਦੀ ਹੈ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜੇ ਅਗਰ ਤੁਸੀਂ ਡਰਿਲ ਨਾਲ ਲਾਓਗੇ ਨਾ ਹਾਂਜੀ। ਉਹਦਾ ਫਾਇਦਾ ਕੀ ਹੈ? ਇੱਕ ਤੇ ਬੂਟੇ ਤੋਂ ਬੂਟੇ ਦਾ ਜਿਹੜਾ ਫਾਸਲਾ ਹੈ ਨਾ ਹਾਂਜੀ ਉਹ ਬਿਲਕੁਲ ਬਰਾਬਰ ਆਏਗਾ। ਠੀਕ। ਪੌਦੇ ਤੋਂ ਪੌਦੇ ਦਾ ਫਾਸਲਾ, ਹੁਣ ਤੁਸੀਂ ਥੱਲੇ ਬਹਿ ਕੇ ਨਾ ਜ਼ਰਾ ਮੇਰੇ ਨਾਲ ਵੇਖੋ, ਇੱਧਰ ਵੇਖੋ, ਇਹ ਹੁਣ ਤੁਸੀਂ ਬੀਜ ਸਿੱਟੇ ਨੇ ਨਾ, ਹਾਂਜੀ। ਇਹ ਕਿੰਨੇ ਬੀਜ ਇਕੱਠੇ ਆ ਗਏ? ਇਹ ਵੇਖੋ ਨਾ, ਸਾਰੇ ਬੀਜ ਇਕੱਠੇ, ਇਹ ਹੁਣ ਸਾਰੇ ਬੂਟੇ ਇਕੱਠੇ ਹੀ ਜੰਮਣੇ ਨੇ। ਠੀਕ। ਇਹ ਵੇਖਿਆ ਨਾ, 1 2 3 4 5 6 7 8 9 10 11 12 13, ਇਹ ਸਾਰੇ ਬੂਟੇ ਇਕੱਠੇ ਹੀ ਜੰਮਣੇ ਨੇ। ਇਹਨਾਂ ਦੇ ਵਿੱਚ ਆਪਸ ਵਿੱਚ ਫਾਸਲਾ ਨਹੀਂ ਹੋਏਗਾ। ਮਤਲਬ ਹੁਣ ਵੇਖੋ, ਇੱਕ ਬੂਟਾ ਇਧਰੋਂ ਨਿਕਲਿਆ, ਇੱਕ ਇਧਰੋਂ, ਇਹਨਾਂ 'ਚ ਹਵਾ ਦਾ ਕੋਈ ਫਾਸਲਾ ਹੈ? ਤੇ ਜਦੋਂ ਮਾੜੀ ਜਿਹੀ ਬਾਰਿਸ਼ ਹੋਈ, ਹਾਂਜੀ ਸਿੱਟਾ ਬਣ ਗਿਆ, ਹਾਂਜੀ ਪੌਦਾ ਤਿਆਰ ਹੈ, ਬਾਰਿਸ਼ ਹੋਈ, ਸਿੱਟੇ ਨੇ ਪਾਣੀ ਪੀਤਾ, ਹਾਂਜੀ। ਹਲਕੀ ਜਿਹੀ ਹਵਾ ਚੱਲੀ, ਸਾਰੀ ਕਣਕ ਕਿੱਥੇ ਗਈ? ਬਿਲਕੁਲ ਸਾਰੀ ਕਣਕ ਦੇ ਗਈ। ਹੁਣ ਨੁਕਸਾਨ ਕਿੱਦਾਂ ਹੋਇਆ? ਸਾਡਾ ਫਸਲ ਕਿੱਦੀ ਗਈ? ਸਾਡੀ ਮੈਂ ਸਹੀ ਕਹਿ ਰਿਹਾ ਜਾਂ ਗਲਤ? ਸਹੀ ਗੱਲ ਪੱਕੀ ਗੱਲ ਹੈ। ਇਹ ਤਾਂ ਨਹੀਂ ਕਿ ਤੁਸੀਂ ਵੈਸੇ ਮੇਰੇ ਦਿਲ ਰੱਖਣ ਨੂੰ ਕਹਿ ਰਹੇ ਹੋ, ਨਹੀਂ। ਤੇ ਇਸ ਲਈ ਹਮੇਸ਼ਾ ਜਦੋਂ ਵੀ ਕੋਈ ਫੈਸਲਾ ਕਰਦੇ ਹੋ ਨਾ, ਤੇ ਉਹ ਉਸ ਤਰ੍ਹਾਂ ਕਰਨਾ ਕਿ ਤੁਹਾਡਾ ਜ਼ਮੀਨਦਾਰਾ ਵਧੇ, ਤਾਂ ਕਿ ਤੁਹਾਡਾ ਵਾਧਾ ਹੋਏਗਾ। ਜਦੋਂ ਤੁਹਾਡਾ ਵਾਧਾ ਹੋਏਗਾ, ਤੁਹਾਨੂੰ ਅੱਲਾਹ ਕਰੇਗਾ ਕਿ ਇੱਕ ਟਰੈਕਟਰ ਇਹ 2 ਲੈ ਲੋਗੇ, ਹਾਂਜੀ ਫਿਰ ਤੁਹਾਡੇ ਕੋਲ ਆਪਣਾ ਸਾਰਾ ਕੁਝ ਹੋਣਾ ਸ਼ੁਰੂ ਹੋ ਜਾਏਗਾ। ਇਸੇ ਲਈ ਕੋਸ਼ਿਸ਼ ਕਰੋ ਕਿ ਬੀਜ ਜਿਹੜਾ ਹੈ ਨਾ ਉਹ ਹਮੇਸ਼ਾ ਨਵਾਂ ਲਵੋ, ਤੇ ਉਹੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਫੈਸਲਾਬਾਦ 2008 ਚੰਗੀ ਲੱਗ ਗਈ ਹੈ, ਤੁਸੀਂ ਫੈਸਲਾਬਾਦ 2008 ਲਵੋ। ਇਸ ਤੋਂ ਇਲਾਵਾ ਗੰਦਮ ਦੇ ਬੀਜ ਤੇ ਐਤਕੀ 50% ਸਬਸਿਡੀ ਦਿੱਤੀ ਹੈ ਗਵਰਨਮੈਂਟ ਨੇ, ਤੁਸੀਂ ਉਹ ਵਾਲਾ ਬੀਜ ਲਵੋ ਨਾ, ਫਿਰ ਉਹ ਗਵਰਨਮੈਂਟ ਵਾਲੀ ਸਬਸਿਡੀ ਵੀ ਤੁਹਾਨੂੰ ਲੱਭ ਜਾਏਗੀ ਨਾਲ, ਉਹ ਵੀ ਸਸਤਾ ਲੱਭਣਾ। ਇਸ ਲਈ ਤੁਸੀਂ ਕੋਸ਼ਿਸ਼ ਕਰੋ ਕਿ ਹਾਈਬ੍ਰਿਡ ਬੀਜ ਲਾਓ, ਨਵਾਂ ਬੀਜ ਲਾਓ, ਇਸਤੇਮਾਲ ਸ਼ੁਦਾ ਬੀਜ ਨਾ ਲਾਓ। ਇੱਕ ਤਾਂ ਉਹਦੇ 'ਚ ਗੰਦ ਖੁਚਰ ਘੱਟ ਹੋਣਾ, ਤੇ ਦੂਸਰਾ ਇਹ ਪੈਦਾਵਾਰ ਵੱਧ ਦੇਗਾ। ਤੀਸਰਾ ਡਰਿਲ ਕਰਕੇ ਲਾਓਗੇ, ਪੌਦੇ ਤੋਂ ਪੌਦੇ ਦਾ ਫਾਸਲਾ ਬਰਾਬਰ ਰਹੇਗਾ, ਹਵਾ ਵਿੱਚੋਂ ਨਿਕਲ ਜਾਏਗੀ, ਬਾਰਿਸ਼ ਹੋ ਗਈ, ਪਾਣੀ ਪਿਆ ਤਾਂ ਵੀ ਇੰਨੀ ਨਹੀਂ ਡਿੱਗਣੀ ਜਿੰਨੀ ਹੁਣ ਡਿੱਗੇਗੀ। ਠੀਕ ਹੈ, ਇਹ ਤੁਹਾਡੀ ਫਾਇਦੇ ਦੀਆਂ ਗੱਲਾਂ ਦੱਸੀਆਂ ਮੈਂ ਕਿ ਨਹੀਂ? ਅੱਛਾ, ਇਸ ਤੋਂ ਇਲਾਵਾ ਤੁਸੀਂ ਇੱਥੇ ਹੋਰ ਕੀ ਲਾਇਆ ਹੋਇਆ ਹੈ? ਆ ਮਕਈ ਹੈ। ਹਾਂਜੀ, ਇਹ ਮਕਾਈ ਨੂੰ ਤੁਸੀਂ ਕਿਸ ਤਰ੍ਹਾਂ ਖਾਦ ਦਿੱਤੀ? ਮਤਲਬ ਇਹ ਹੁਣ ਇਹਨੂੰ ਡੀਏਪੀ ਕਿਉਂ ਦਿੱਤੀ ਸੀ? ਇਹ ਡੀਏਪੀ ਵੱਡੇ ਭਾਈ ਨੇ ਆਪਣੇ ਸਮੇਂ ਦੇ ਮੁਤਾਬਿਕ ਸੋਚ ਛੱਡੀ ਹੈ। ਅੱਛਾ, ਮਤਲਬ ਉਹਨਾਂ ਦੇ ਕੋਲ ਮਤਲਬ ਪਈ ਸੀ ਤੇ ਉਹਨਾਂ ਨੇ ਲਾਤੀ। ਹਾਂਜੀ ਪਈ ਸੀ। ਅੱਛਾ, ਤੇ ਇਹ ਮਤਲਬ ਜਿਹੜੇ ਬੂਟੇ ਨੇ ਮੈਨੂੰ ਪੀਲੇ ਪੀਲੇ ਨਜ਼ਰ ਆ ਰਹੇ ਨੇ ਕਿ ਮਤਲਬ ਸੜੇ ਸੜੇ, ਇਹ ਕਿਉਂ ਨੇ? ਇਹ ਕਲਰ ਦੀ ਵਜ੍ਹਾ ਹੈ। ਅੱਛਾ, ਜ਼ਮੀਨ ਸਾੜ ਮਾਰ ਜਾਂਦੀ ਹੈ, ਪਹਿਲਾਂ ਫਸਲ ਚੰਗੀ ਜੰਮਦੀ ਹੈ, ਹਾਂ, ਬਾਅਦ ਚ ਸਾੜ ਮਾਰ ਜਾਂਦੀ, ਪਾਣੀ ਕੋੜਾ ਵਗੈਰਾ। ਅੱਛਾ, ਪਾਣੀ ਕੌੜਾ ਵਾ। ਅੱਛਾ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿਹੜਾ ਇਹ ਵਾਲੀ ਜ਼ਮੀਨ ਹੁੰਦੀ ਹੈ ਨਾ ਕਲਰ ਵਾਲੀ, ਹਾਂਜੀ ਇਹਦੇ ਵਿੱਚ ਡੀਏਪੀ ਨਹੀਂ ਪਾਈਦੀ ਹੁੰਦੀ। ਠੀਕ। ਕਲਰ ਵਾਲੀ ਜ਼ਮੀਨ ਕਿਉਂਕਿ ਪਾਣੀ ਕੌੜਾ ਹੈ ਨਾ, ਹਾਂਜੀ ਕਲਰ ਵਾਲੀ ਜ਼ਮੀਨ ਹੈ, ਜਦੋਂ ਤੁਸੀਂ ਡੀਏਪੀ ਪਾਓਗੇ ਨਾ ਉਹ ਜ਼ਮੀਨ ਨੂੰ ਜਕੜ ਦੇਗੀ, ਸਖਤ ਕਰ ਦੇਗੀ, ਠੀਕ। ਉਹ ਜ਼ਮੀਨ ਨੂੰ ਸਖਤ ਕਰੇਗੀ। ਜਦੋਂ ਸਖਤ ਕਰੇਗੀ ਤੁਸੀਂ ਪਾਣੀ ਲਾਓਗੇ ਉਹ ਥੱਲੇ ਨਹੀਂ ਜਾਣਾ, ਹਾਂਜੀ ਜੜ੍ਹਾਂ ਤੱਕ ਨਹੀਂ ਜਾਣਾ। ਤੇ ਦੂਸਰਾ, ਜੜ੍ਹਾਂ ਵਿਚਾਰੀਆਂ ਹਲੇ ਛੋਟੀਆਂ ਨੇ, ਨਰਮ ਨੇ, ਉਹ ਫੈਲ ਨਹੀਂ ਸਕਦੀਆਂ। ਹਾਂਜੀ ਇਸ ਵਜ੍ਹਾ ਤੋਂ ਹੁੰਦਾ ਕੀ ਹੈ, ਇਹ ਬੂਟੇ ਦੀ ਹਾਲਤ ਵੇਖਦੇ ਪਏ ਹੋ? ਹਾਂਜੀ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਸੜ ਗਿਆ, ਹਾਂਜੀ ਇਹ ਵਜੂਹਾਤ ਵੇਖਦੇ ਪਏ ਹੋ ਹਾਂਜੀ ਇਹ ਬੂਟੇ ਦਾ। ਉਸ ਤੋਂ ਇਲਾਵਾ ਇਹਦੇ ਤੇ ਕੋਈ ਕੀੜਾ ਵੀ ਲੱਗਿਆ ਹੋਇਆ। ਹਾਂਜੀ ਕੀੜਾ ਹੈ, ਹਾਂਜੀ ਉਹ ਕੀੜਾ ਜਿਹੜਾ ਇਹਨੂੰ ਕੁਤਰਦਾ ਜਾ ਰਿਹਾ। ਠੀਕ ਹੈ, ਇੱਕ ਤੇ ਕੀੜੇ ਦਾ ਜਿਹੜਾ ਤੁਹਾਨੂੰ ਸਪਰੇਅ ਹੈ ਨਾ, ਤੁਹਾਨੂੰ ਉਹ ਕਰਨਾ ਪੈਣਾ। ਦੂਸਰਾ, ਇਹਨੂੰ ਤੁਸੀਂ ਡੀਏਪੀ ਜਿਹੜੀ ਕਲਰ ਵਾਲੀ ਜ਼ਮੀਨ ਹੋਏ ਨਾ ਉਹਦੇ 'ਚ ਨਹੀਂ ਲਾਈ ਦੀ ਹੁੰਦੀ, ਉਹਦੇ 'ਚ ਹੋਰ ਖਾਦਾਂ ਨੇ, ਉਹਦਾ ਮੁਤਬਾਦਲ ਖਾਦਾਂ ਨੇ, ਠੀਕ। ਤੁਸੀਂ ਉਹ ਲਾਓਗੇ ਤੇ ਉਹ ਤੁਹਾਨੂੰ ਫਾਇਦਾ ਦੇਣਗੀਆਂ। ਹੁਣ ਤੁਸੀਂ ਵੇਖੋ, ਅੱਛਾ, ਤੇ ਦੂਸਰਾ ਤੁਸੀਂ ਮਤਲਬ ਇਹਦੇ ਵਿੱਚ ਤੁਸੀਂ ਨਾਈਟ੍ਰੋਫਾਸ ਲਾਵੋਗੇ, ਉਹਦਾ ਫਿਰ ਬਿਹਤਰੀ ਆਏਗੀ। ਲੇਕਿਨ ਜੇ ਅਗਰ ਕੱਲੀ ਡੀਏਪੀ ਲਾਓਗੇ ਤਾਂ ਉਹਨੂੰ ਜਕੜ ਦੇਗੀ, ਉਹਦਾ ਸਾਹ ਬੰਦ ਹੋ ਜਾਏਗਾ। ਜ਼ਮੀਨ ਦਾ ਜਦੋਂ ਸਾਹ ਬੰਦ ਹੁੰਦਾ ਹੈ ਨਾ, ਉਹਦੇ ਵਿੱਚ ਤੁਸੀਂ ਫਸਲ ਨਹੀਂ ਲਾ ਸਕਦੇ, ਮਤਲਬ ਉਹ ਫਸਲ ਉਗੇਗਾ ਨਹੀਂ। ਜਿਸ ਤਰ੍ਹਾਂ ਤੁਸੀਂ ਵੇਖੋ ਵਿੱਚ ਇਹ ਟਾਕੀਆਂ ਨੇ ਨਾ, ਜਿਹਨੂੰ ਤੁਸੀਂ ਪਾੜੇ ਕਹਿੰਦੇ ਹੋ, ਹਾਂਜੀ ਪਾੜੇ ਹੋਏ ਨੇ ਨਾ, ਇਹ ਪਾੜੇ ਕਿਉਂ ਹੋਏ ਨੇ? ਉਸ ਜ਼ਮੀਨ ਦਾ ਥੋੜਾ ਜਿਹਾ ਸੇਕ ਥੱਲੋਂ ਸੇਕ ਨਹੀਂ ਹੈ, ਸੇਕ ਇਹ ਹੀ ਹੈ ਕਿ ਤੁਸੀਂ ਗਲਤ ਖਾਦ ਲਾਓਗੇ ਨਾ ਤੇ ਫਿਰ ਉਹ ਇਹ ਮਸਲਾ ਆਏਗਾ। ਤੇ ਇਹਦਾ ਬਿਹਤਰੀਨ ਹੱਲ ਕੀ ਹੈ? ਤੁਸੀਂ ਇਹਨੂੰ ਕਿਸ ਤਰ੍ਹਾਂ ਸਹੀ ਕਰ ਸਕਦੇ ਹੋ? ਮੈਂ ਤੁਹਾਨੂੰ ਹੱਲ ਦੱਸਾਂ। ਹਾਂਜੀ ਜਦੋਂ ਵੀ ਕੋਈ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਨਾ ਹੈ, ਜੇ ਅਗਰ ਮਤਲਬ ਹੁਣ ਤੁਸੀਂ ਇਹੀ ਕੰਮ ਕਰ ਰਹੇ ਹੋ ਨਾ, ਇਹੀ ਤੁਸੀਂ ਕਣਕ ਹੀ ਲਾਓ, ਜੋ ਵੀ ਕਰੋ, ਲੇਕਿਨ ਤੁਸੀਂ ਲਾਉਣ ਤੋਂ ਪਹਿਲੇ ਇੱਕ ਵਾਰੀ ਅਗਰ ਕਿਸੇ ਜ਼ਰਾਅਤ ਦੇ ਡਾਕਟਰ ਤੋਂ ਪੁੱਛੋ, ਜਿਹੜਾ ਤੁਹਾਨੂੰ ਬਗੈਰ ਪੈਸੇ ਲਏ ਮਸ਼ਵਰਾ ਦੇ, ਤੇ ਤੁਸੀਂ ਲਓਗੇ? ਲਵੋਗੇ? ਮੈਂ ਜ਼ਰਾਅਤ ਦਾ ਡਾਕਟਰ ਹਾਂ, ਮੇਰੇ ਤੋਂ ਬਗੈਰ ਪੈਸੇ ਦਾ ਮਸ਼ਵਰਾ ਲੈਣਾ ਤੇ ਤੁਹਾਨੂੰ ਅਗਰ ਮੈਂ ਆਪਣਾ ਨੰਬਰ ਦੇਵਾਂ ਤੇ ਉਹਦੇ ਤੇ ਕਾਲ ਕਰਕੇ ਬਿਲਕੁਲ ਮੁਫਤ ਇਹ ਸਾਰਾ ਕੁਝ ਅਗਰ ਤੁਸੀਂ ਕਰ ਲਓ, ਫਿਰ ਠੀਕ ਹੈ, ਜ਼ਰੂਰ ਕਰਾਂਗੇ। ਕਰੋਗੇ? ਤੁਹਾਨੂੰ ਮੈਂ ਦੱਸਾਂ ਕਿ ਜਿਹੜੀ ਵੀ ਤੁਹਾਡੀ ਜ਼ਮੀਨਾਂ ਦੇ ਮਸਲੇ ਨੇ, ਜਿਹੜੇ ਵੀ ਤੁਸੀਂ ਫਸਲ ਲਾਣੇ ਨੇ, ਤੇ ਜੋ ਕੁਝ ਵੀ ਤੁਸੀਂ ਕਰਨਾ ਹੈ, ਉਹ ਤੁਸੀਂ ਹਮੇਸ਼ਾ ਸਾਡਾ ਹੈਲਪਲਾਈਨ ਨੰਬਰ ਹੈ ਜੈਜ਼ ਬਾਖਬਰ ਕਿਸਾਨ ਦਾ, 030303000000, ਉਹਦੇ ਤੇ ਮੁਫਤ ਕਾਲ ਕਰ ਲੈਣੀ ਹੈ। ਕਾਲ ਕਰਕੇ ਤੁਸੀਂ ਸਾਡੇ ਤੋਂ ਪੁੱਛੋਗੇ ਕਿ ਜੀ ਨਮਕਿਆਤ ਵਾਲੀ ਜ਼ਮੀਨ ਹੈ, ਕੀ ਕਰਾਂ, ਕਣਕ ਬੀਜਣ ਲੱਗਾ, ਕੀ ਕਰੀਏ, ਪੁਰਾਣਾ ਬੀਜ ਪਿਆ ਉਹ ਲਾਣਾ ਨਹੀਂ ਲਾਣਾ, ਛੱਟਾ ਕਰਾਂ, ਡਰਿਲ ਕਰਾਂ, ਜਾਂ ਜੜੀ ਬੂਟੀਆਂ ਕਿਸ ਤਰ੍ਹਾਂ ਮਾਰਨੀਆਂ ਨੇ ਮੈਂ, ਤਾਂ ਕਿ ਜੜੀ ਬੂਟੀਆਂ ਘੱਟ ਹੋਣਗੀਆਂ, ਪੌਦੇ ਵੱਧ ਹੋਣਗੇ ਤੇ ਤੁਹਾਡੀ ਪੈਦਾਵਾਰ ਵੱਧ ਜਾਏਗੀ। ਠੀਕ ਹੈ, ਇਸ ਤਰ੍ਹਾਂ ਦੇ ਮੁਖਤਲਿਫ ਫੈਸਲੇ ਜਿਹੜੇ ਨੇ ਨਾ, ਤੁਸੀਂ ਇੱਕ ਵਾਰੀ ਜ਼ਰਾਅਤ ਦੇ ਡਾਕਟਰ ਤੋਂ ਪੁੱਛ ਕੇ ਕਰੋਗੇ ਨਾ, ਤੇ ਤੁਹਾਡੀ ਇਹ ਹੀ ਪੈਦਾਵਾਰ ਦਿਨ ਦੁਗਣੀ ਰਾਤ ਚੁਗਣੀ ਇਨਸ਼ਾਅੱਲਾ ਵਧੇਗੀ ਤੇ ਤੁਹਾਨੂੰ ਨਫਾ ਹੋਏਗਾ। ਅੱਛਾ, ਮੈਨੂੰ ਸਾਰਿਆਂ ਨੂੰ ਸਿਰਫ ਕੈਮਰੇ ਵੱਲ ਵੇਖ ਕੇ ਇੱਕ ਗੱਲ ਦੱਸ ਦਿਓ ਕਿ ਤੁਸੀਂ ਮੈਨੂੰ ਜਾਣਦੇ ਹੋ? ਤੁਹਾਨੂੰ ਮੇਰਾ ਨਾਮ ਪਤਾ ਹੈ? ਤੁਸੀਂ ਇਹ ਦੱਸੋ ਕਿ ਅਸੀਂ ਕੌਣ ਹਾਂ?
ਸਾਰੇ ਸਾਨੂੰ ਕੋਈ ਨਹੀਂ ਪਤਾ। ਕੋਈ ਨਹੀਂ ਪਤਾ ਤੇ ਅਸੀਂ ਇੱਧਰ ਕੀ ਕਰ ਰਹੇ ਹਾਂ ਫਿਰ? ਮਤਲਬ ਤੁਸੀਂ ਮਤਲਬ ਕੀ ਵੇਖਿਆ ਕਿ ਅਸੀਂ ਕੌਣ ਆ, ਕਿਸ ਤਰ੍ਹਾਂ ਹੈ? ਮੁਆਇਨਾ ਹੀ ਕਰ ਰਹੇ ਜ਼ਮੀਨ ਦਾ। ਅਸੀਂ ਵੇਖਿਆ ਕਿ ਤੁਸੀਂ ਕੰਮ ਕਰ ਰਹੇ ਹੋ। ਅਸੀਂ ਜੈਜ਼ ਬਾਖਬਰ ਕਿਸਾਨ ਦੀ ਟੀਮ ਆ ਤੇ ਅਸੀਂ ਇੱਧਰ ਆਏ ਜਨਾਬ। ਅਸੀਂ ਆ ਕੇ ਵੇਖਿਆ ਕਿ ਇੱਥੇ ਇਹ ਕੰਮ ਕਰ ਰਹੇ ਨੇ। ਅਸੀਂ ਰੁਕ ਗਏ ਇੱਥੇ ਹੀ ਤੇ ਇਹਨਾਂ ਦਾ ਕੰਮ ਦਾ ਅਸੀਂ ਪਹਿਲੀ ਇੱਕ ਵਾਰੀ ਵੇਖਿਆ ਕਿ ਇਸ ਤਰ੍ਹਾਂ ਦਾ ਕੀ ਕੰਮ ਕਰ ਰਹੇ ਨੇ। ਅਸੀਂ ਥੋੜਾ ਜਿਹਾ ਵੀਡੀਓ ਵਗੈਰਾ ਬਣਾਏ, ਤਸਵੀਰਾਂ ਬਣਾ ਰਹੇ ਸੀ ਤੇ ਫਿਰ ਇਹ ਭਾਈ ਜਾਨ, ਨਾਂ ਕੀ ਤੁਹਾਡਾ? ਵਹੀਦ ਸਾਹਿਬ। ਅਸੀਂ ਵਹੀਦ ਸਾਹਿਬ ਨੂੰ ਫੜ ਲਿਆ ਇੱਥੇ ਕਿ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਕਿਸ ਤਰ੍ਹਾਂ ਕਰ ਰਹੇ ਹੋ, ਤਾਂ ਕਿ ਇਹਨਾਂ ਨੂੰ ਵੀ ਅਸੀਂ ਦੱਸ ਸਕੀਏ ਕਿ ਤੁਸੀਂ ਜਿਹੜਾ ਕਰ ਰਹੇ ਹੋ ਇਹਦੇ 'ਚ ਬਿਹਤਰੀ ਕਿਸ ਤਰ੍ਹਾਂ ਆ ਸਕਦੀ ਹੈ। ਤੇ ਹਮੇਸ਼ਾ ਇਨਸਾਨ ਇੱਕ ਦੂਜੇ ਤੋਂ ਸਿੱਖਦਾ ਹੈ। ਕੋਸ਼ਿਸ਼ ਕਰੋ ਕਿ ਕੋਈ ਵੀ ਫੈਸਲਾ ਕਰਨ ਤੋਂ ਪਹਿਲੇ ਇੱਕ ਵਾਰੀ ਜੇ ਉਸ ਸ਼ੈ ਦੇ ਮਾਹਿਰ ਕੋ ਇੱਕ ਨਾਲ ਪੁੱਛ ਲੋਗੇ ਤੁਸੀਂ ਤੇ ਉਹ ਫਾਇਦਾ ਹੋਏਗਾ ਤੁਹਾਨੂੰ ਕਿ ਤੁਹਾਡੀ ਫਸਲ ਵੱਧ ਜਾਏਗੀ। ਤੁਹਾਡੇ ਜਿਹੜੇ ਮਤਲਬ ਕਿ ਜਿੱਥੇ ਤੁਸੀਂ ਹੁਣ ਮਤਲਬ ਇਹ ਛੋਟੀਆਂ ਗਲਤੀਆਂ ਸੀ, ਜ਼ਮੀਨ ਵੀ ਉਹੀ ਹੈ, ਫਸਲ ਵੀ ਤੇ ਉਹੀ ਬੀਜ ਰਹੇ ਨੇ। ਅਗਲੀ ਵਾਰ ਇਹਨਾਂ ਦੀ ਫਸਲ ਘੱਟ ਆਣੀ ਸੀ ਤੇ ਇਹਨਾਂ ਨੇ ਕੀ ਕਹਿਣਾ ਸੀ, ਉਹ ਜੀ ਐਤਕੀ ਤੇ ਫਸਲ ਹੀ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ ਸ਼ੁਰੂ 'ਚ ਇਹਨਾਂ ਨੇ ਇੱਕ ਫੈਸਲਾ ਹੀ ਸਹੀ ਨਹੀਂ ਸੀ ਕੀਤਾ, ਕਿਉਂਕਿ ਇਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀ। ਇਸੇ ਤਰ੍ਹਾਂ ਬਹੁਤ ਸਾਰੇ ਤੁਹਾਡੇ ਐਸੇ ਫੈਸਲੇ ਨੇ ਜਿਹੜੇ ਤੁਸੀਂ ਜੱਦੀ ਪੁਸ਼ਤੀ ਕਰਦੇ ਪਏ ਹੋ, ਲੇਕਿਨ ਸ਼ਾਇਦ ਤੁਹਾਨੂੰ ਉਹਨਾਂ ਦੇ ਬਾਰੇ ਪੂਰੀ ਮਾਲੂਮਾਤ ਨਹੀਂ ਕਿ ਉਹ ਸਹੀ ਹੋ ਰਹੇ ਨੇ ਜਾਂ ਗਲਤ। ਤੇ ਕੋਸ਼ਿਸ਼ ਕਰੋ ਕਿ ਜਦੋਂ ਵੀ ਕੋਈ ਕੰਮ ਕਰਨਾ ਹੈ ਪਹਿਲਾਂ ਤੁਸੀਂ ਕਾਲ ਕਰਨੀ ਹੈ ਸਾਡੇ ਨੰਬਰ ਤੇ 030303000000। ਉਹਦੇ ਤੇ ਕਾਲ ਕਰਕੇ ਜ਼ਰੀ ਮਾਹਿਰੀਨ ਨਾਲ ਮੁਫਤ ਗੱਲ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਅਗਰ ਗੰਦਮ ਤੇ ਫਸਲਾਂ ਦੀ ਮਾਲੂਮਾਤ ਨੇ ਉੱਥੋਂ ਤੁਸੀਂ ਲੈ ਸਕਦੇ ਹੋ। 1 2 3 4 ਦਾ ਬਟਨ ਦਬਾ ਕੇ ਤੁਸੀਂ ਗੰਦਮ ਦੀ ਮਾਲੂਮਾਤ, ਕਪਾਹ ਦੀ, ਚਾਵਲਾਂ ਦੀ ਉਹ ਲੈ ਸਕਦੇ ਹੋ। ਤੁਹਾਨੂੰ ਉੱਥੇ ਮਾਲੂਮਾਤ ਲੱਭ ਜਾਏਗੀ। ਬਾਕੀ ਸਬਸਕ੍ਰਾਈਬ ਹੋ ਜਾਏਗਾ ਤੇ ਤੁਹਾਨੂੰ ਉੱਥੇ ਟੋਟਲ ਜਿੰਨੀ ਵੀ ਮਾਲੂਮਾਤ ਨੇ ਉਹ ਫ੍ਰੀ ਲੱਭੇਗੀ। ਇਸ ਤੋਂ ਇਲਾਵਾ ਅਗਰ ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰੋ, ਤੁਹਾਡੇ ਕੋਲ ਟੱਚ ਵਾਲਾ ਫੋਨ ਹੈ ਤੁਹਾਡੇ ਕੋਲ? ਅਗਰ ਤੁਹਾਡੇ ਕੋਲ ਟੱਚ ਵਾਲਾ ਫੋਨ ਹੈ ਤੇ ਤੁਸੀਂ ਟੱਚ ਵਾਲੇ ਫੋਨ ਤੇ ਪਤਾ ਕੀ ਕਰਨਾ, ਇੱਥੇ ਆ ਕੇ ਨਾ ਇਹ ਬਾਖਬਰ ਕਿਸਾਨ ਦੀ ਐਪਲੀਕੇਸ਼ਨ ਹੈ, ਇਹ ਬਾਖਬਰ ਕਿਸਾਨ ਦੀ ਜੈਜ਼ ਬਾਖਬਰ ਕਿਸਾਨ ਦੀ ਐਪਲੀਕੇਸ਼ਨ ਹੈ। ਇਹ ਡਾਊਨਲੋਡ ਕਰੋਗੇ ਨਾ, ਇੱਥੇ ਆਓਗੇ ਫਸਲਾਂ 'ਚ, ਫਸਲਾਂ 'ਚ ਆ ਕੇ ਇੱਥੇ ਆ ਕੇ ਫਸਲੇ ਤੇ ਫਸਲਾਂ ਦੇ ਵਿੱਚ ਜਾ ਕੇ ਤੁਸੀਂ ਕੀ ਕਰਨਾ, ਗੰਦਮ। ਠੀਕ ਹੋ ਗਿਆ। ਹੁਣ ਇਸ gandum ਦੇ ਵਿੱਚ ਜ਼ਮੀਨ ਦੀ ਤਿਆਰੀ ਕਿਸ ਤਰ੍ਹਾਂ ਕਰਨੀ ਹੈ, ਆਪਾਸ਼ ਇਲਾਕੇ, ਵਕਤੇ ਕਾਸ਼, ਇਹਨਾਂ 'ਚ ਕਿਸ ਤਰ੍ਹਾਂ ਕਰੋਗੇ। ਇੱਥੇ ਵੈਰਾਈਟੀਆਂ ਵੀ ਦਿੱਤੀਆਂ ਗਈਆਂ ਨੇ। ਕਲਰਾਠੀ ਜ਼ਮੀਨਾਂ ਹੋਣ ਤੇ ਤੁਸੀਂ ਕੀ ਲਾਣਾ ਹੈ, ਤਸਵੀਰੀ ਤਜਜ਼ੀਆ ਇਹ ਲਿਖਿਆ ਹੋਇਆ ਨਾ। ਤੁਸੀਂ ਇੱਥੋਂ ਹੀ ਫੋਟੋ ਲਓਗੇ ਨਾ, ਜਦੋਂ ਜਾਇਜ਼ ਦਾ ਨੰਬਰ ਹੋਏਗਾ ਉਹ ਫੋਟੋ ਲੈ ਕੇ ਨਾ ਇੱਥੇ ਉਹ ਸਾਨੂੰ ਭੇਜ ਦੋਗੇ। ਸਾਡੇ ਵੱਲ ਤੁਹਾਡੀ ਫੋਟੋ ਆਏਗੀ ਤੇ ਅਸੀਂ ਕੀ ਕਰਾਂਗੇ ਕਿ ਤੁਹਾਨੂੰ ਐਗਜ਼ੈਕਟਲੀ ਦੱਸਾਂਗੇ ਕਿ ਤੁਹਾਡੇ ਜਿਹੜਾ ਇੱਥੇ ਲੱਗੇ ਨੇ ਇਹਨਾਂ ਨੂੰ ਮਸਲਾ ਕੀ ਆ ਰਿਹਾ। ਦੂਸਰੀ ਚੀਜ਼ ਹੈ ਕਿ ਹੁਣ ਤੁਸੀਂ ਖਾਦ ਆਪਣੇ ਵੱਲੋਂ ਖਾਦ ਪਾਈਏ, ਪੈਸੇ ਲਾਏ ਨੇ ਨਾ, ਕਿੰਨੇ ਪੈਸੇ ਲਾਏ ਸੀ ਖਾਦ ਤੇ? ਤਕਰੀਬਨ 3500 ਦੀ ਬੋਰੀ। 3500 ਦੀ ਬੋਰੀ। ਤੁਸੀਂ 3500 ਦੀ ਬੋਰੀ ਇਹਦੇ ਤੇ ਲਾ ਕੇ ਨਾ ਤੇ ਇਹਨੂੰ ਹੋਰ ਸਖਤ ਕਰਕੇ ਤੇ ਫਸਲ ਨੂੰ ਹੋਰ ਤੁਸੀਂ ਥੱਲੇ ਲੈ ਕੇ ਗਏ, ਉੱਤੇ ਨਹੀਂ ਲੈ ਕੇ ਗਏ। ਸਮਝ ਆਈਏ? ਮਤਲਬ ਤੁਸੀਂ 3500 ਵੀ ਲਾਇਆ ਤੇ ਨੁਕਸਾਨ ਵੀ ਕਿੱਦਾਂ ਕੀਤਾ ਆਪਣਾ। ਮਤਲਬ 3500 ਲਾ ਕੇ ਤੇ ਹੋਰ ਸਕਦਾ ਤੁਸੀਂ 3000 ਰੁਪਏ ਦਾ ਹੋਰ ਵੀ ਨੁਕਸਾਨ ਕਰ ਲਿਆ। ਠੀਕ ਹੈ। ਇਸ ਵਜ੍ਹਾ ਤੋਂ ਇਹ ਜਿਹੜੀ ਫਸਲ ਹੈ ਇਹਦੀ ਹਾਲਤ ਵੀ ਉੱਚੀ ਨੀਵੀਂ ਵੇਖੋ ਨਾ, ਵਿੱਚ ਕੁਝ ਉੱਤੇ ਨੇ, ਕੁਝ ਥੱਲੇ ਨੇ, ਕੁਝ ਇਸ ਤਰ੍ਹਾਂ ਦੇ। ਇੱਕ ਤਾਂ ਚਲੋ ਠੀਕ ਹੈ ਕਲਰਾਠੀ ਜ਼ਮੀਨਾਂ ਦੀ ਇਸਲਾਹ ਦਾ ਵੀ ਇੱਕ ਤਰੀਕਾ ਹੈ, ਉਹ ਤਰੀਕਾਕਾਰ ਮੈਂ ਤੁਹਾਨੂੰ ਦੱਸ ਕੇ ਜਾਵਾਂਗਾ। ਕਲਰਾਠੀ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਸਹੀ ਕਰਨਾ ਜੇ। ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਹੋਰ ਮਸਲੇ ਨੇ ਉਹ ਵੀ ਤੁਹਾਨੂੰ ਮੈਂ ਦੱਸਾਂਗਾ ਕਿ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਹੋ। ਤੇ ਇੱਕ ਤਾਂ ਇਹ ਦੂਸਰੀ ਚੀਜ਼ ਹੈ ਕਿ ਜਿਹੜੀ ਇਹ ਤੁਹਾਡੀ ਵੀਡੀਓ ਹੈ ਜਾਂ ਬਾਕੀ ਵੀਡੀਓਜ਼ ਨੇ ਕਿ ਤੁਸੀਂ ਜ਼ਮੀਨਾਂ ਤੇ ਕਿਸ ਤਰ੍ਹਾਂ ਕੰਮ ਕਰਨਾ ਹੈ, ਕੀ ਕਰਨਾ ਹੈ, ਉਹਨਾਂ ਸਾਰਿਆਂ ਦੇ ਬਾਰੇ ਤੁਸੀਂ ਇੱਥੇ ਸਾਡਾ YouTube ਚੈਨਲ ਹੈ ਬਾਖਬਰ ਕਿਸਾਨ ਦੇ ਨਾਂ ਤੋਂ, ਜੈਜ਼ ਬਾਖਬਰ ਕਿਸਾਨ ਦੇ ਨਾਂ ਤੋਂ ਸਾਡਾ YouTube ਚੈਨਲ ਹੈ। ਤੇ ਅਗਰ ਐਪਲੀਕੇਸ਼ਨ ਜਾ ਕੇ ਵੇਖੋਗੇ ਉੱਥੇ ਵੀ ਤੁਹਾਨੂੰ ਸਾਰੀ ਵੀਡੀਓਜ਼ ਲੱਭਣਗੀਆਂ। ਇੱਥੇ ਜਾ ਕੇ ਸਰਚ ਕਰੋਗੇ ਜੈਜ਼ ਬਾਖਬਰ ਕਿਸਾਨ, ਇਹ ਆ ਗਿਆ। ਇੱਥੇ ਜੈਜ਼ ਬਾਖਬਰ ਕਿਸਾਨ ਹੈ, ਜਾ ਕੇ ਸਾਰੀ ਵੀਡੀਓਜ਼ ਪਈ ਨੇ। ਕਪਾਸ ਦੇ ਵਿੱਚ ਕੀੜਿਆਂ ਦਾ, ਸਾਈਲੇਜ ਬਣਾਉਣ ਦਾ, ਉਸ ਤੋਂ ਇਲਾਵਾ ਇਹ ਅਮਰੂਦ ਦੀ ਗਾਵਾ, ਹਾਈ ਡੈਂਸਿਟੀ ਦੀ, ਇਸ ਤਰ੍ਹਾਂ ਦੀ ਸਾਰੀ ਵੀਡੀਓਜ਼ ਇੱਥੇ ਪਈਆਂ ਨੇ। ਤੁਸੀਂ ਜਾ ਕੇ ਇੱਥੋਂ ਸਾਰੀ ਵੀਡੀਓਜ਼ ਦੇਖ ਸਕਦੇ ਹੋ। ਹੋਰ ਕੋਈ ਤੁਹਾਨੂੰ ਅਗਰ ਕਿਤੇ ਵੀ ਮਸਲਾ ਆਏਗਾ ਤੁਸੀਂ ਬਾਖਬਰ ਕਿਸਾਨ ਤੇ ਹੈਲਪ ਲਓਗੇ। ਇਹ ਤੁਹਾਡੇ ਲਈ ਫਾਇਦੇਮੰਦ ਹੈ ਕਿ ਨਹੀਂ? ठीक है जी, अपना ख्याल रखियो ते सानू दुआवां जरूर याद करियो। ठीक है जी, अपना ख्याल रखियो। अल्लाह हाफ़िज़। हमारे YouTube चैनल को सब्सक्राइब करें और बेल के आइकन को ज़रूर दबाएं। हमारी वीडियोस को लाइक करें, शेयर करें और अपनी कीमती आरा का इजहार कमेंट्स बॉक्स में ज़रूर करें। मज़ीद किसी भी ज़रूरी मसले की सूरत में हेल्पलाइन नंबर 030303 000000 पर फ़ौरन कॉल करें। बाखबर किसान सर्विस इस्तेमाल करते रहें और रहें जदीद ज़राअत से बाखबर।